Hello students, good morning. Today our topic is modes of transfer. जो अपना लास्ट चैप्टर चल रहा सी कंटिन्यू हो रहा सीगा इनपुट आउटपुट सॉरी ਇਨਪੁਟ ਆਉਟਪੁਟ ਆਰਗੇਨਾਈਜੇਸ਼ਨ ਤਾਂ ਉਸ ਚੈਪਟਰ ਦਾ ਇੱਕ ਟੌਪਿਕ ਹੈਗਾ ਮੋਡਸ ਆਫ ਟਰਾਂਸਫਰ ਮਤਲਬ ਜੋ ਡਾਟਾ ਟਰਾਂਸਫਰ ਕਰਵਾਉਣਾ ਬਿਟਵੀਨ ਮੈਮੋਰੀ ਐਂਡ CPU ਤਾਂ ਉਹਦੇ ਕਿਹੜੇ ਕਿਹੜੇ ਤਰੀਕੇ ਨੇ ਵੇਜ਼ ਕਿਹੜੇ ਕਿਹੜੇ ਹੋਣਗੇ ਕਿਸ ਤਰੀਕੇ ਨਾਲ ਅਸੀਂ ਟਰਾਂਸਫਰ ਕਰਵਾ ਸਕਦੇ ਹਾਂ ਤਾਂ ਕੀ ਕਹਿੰਦੇ ਕਿ ਜਿਹੜੀ ਸਪੀਡ ਹੁੰਦੀ ਆ the speeds of input output data transfer are extremely slow as compared to CPU and memory ਜੋ input output devices ਦੀ ਜੋ data transferring ਦੀ speed ਹੁੰਦੀ ਆ compared to CPU and memory ਬਹੁਤ slow ਹੁੰਦੀ ਆ to overcome the problem of speed mismatch ਇਸ ਜਿਹੜੀ mismatch ਹੋ ਰਹੀ ਹੈ speed ਦੀ ਦੋਨਾਂ ਦੇ ਵਿਚਕਾਰ CPU and input output devices ਜਾਂ ਫਿਰ memory and input output devices ਦੇ ਵਿੱਚ ਉਸ ਪ੍ਰੋਬਲਮ ਨੂੰ ਓਵਰਕਮ ਮਤਲਬ ਸੋਲਵ ਕਰਨ ਦੇ ਲਈ ਡਾਟਾ ਟਰਾਂਸਫਰ ਜਿਹੜਾ ਹੈਗਾ may be handled in 1 or 3 ਪੋਸੀਬਲ ਮੋਡਸ ਡਾਟਾ ਟਰਾਂਸਫਰ ਦੇ ਲਈ ਅਲੱਗ-ਅਲੱਗ ਮੋਡਸ ਰੱਖੇ ਆ ਇਹਨਾਂ ਮੋਡਸ ਦੇ ਥਰੂ ਅਸੀਂ ਇਸ ਡਾਟਾ ਦੀ ਜਿਹੜੀ ਮਿਸਮੈਚਿੰਗ ਆ ਟਾਈਮ ਦੀ ਸਪੀਡ ਦੀ ਉਹਨੂੰ ਅਸੀਂ ਸੋਲਵ ਕਰ ਸਕਦੇ ਹਾਂ 3 ਟਾਈਪਸ ਦੇ ਮੋਡ ਹੁੰਦੇ ਆ ਫਰਸਟ ਹੈ ਪ੍ਰੋਗਰਾਮਡ ਇਨਪੁਟ ਆਉਟਪੁੱਟ ਸੈਕੰਡ ਇੰਟਰਪਟ ਇਨੀਸ਼ੀਏਟਰ ਇਨਪੁਟ ਆਉਟਪੁੱਟ ਥਰਡ ਹੈਗੀ ਹੈ ਡਾਇਰੈਕਟ ਮੈਮੋਰੀ ਐਕਸੈਸ DMA DMA is very important वैसे टॉपिक पूरा टॉपिक ही मोड्स ऑफ ट्रांसफर इज वेरी इंपॉर्टेंट एक बार नोट कर लो ये टॉपिक रिपीट ਹੁੰਦਾ ਗਾ एग्जाम ਦੇ ਵਿੱਚ ਤਾਂ ਇਸ ਟੌਪਿਕ ਨੂੰ ਤੁਸੀਂ ਧਿਆਨ ਨਾਲ ਕਰਨਾ ਗਾ ਫਰਸਟ ਹੈ ਜੀ programmed input output free for data transfer in programmed input output ਇਹਦੇ ਵਿੱਚ ਕੀ ਹੈ ਜੇ ਡਾਟਾ ਟ੍ਰਾਂਸਫਰ ਹੁੰਦੀ ਆ ਜਿੰਨਾ ਵੀ ਡਾਟਾ ਟ੍ਰਾਂਸਫਰ ਕਰਨਾ ਉਹ ਸਾਰਾ ਕੰਟਰੋਲ ਕਿਹਦੇ ਦੁਆਰਾ ਹੁੰਦਾ ਗਾ CPU ਦੁਆਰਾ fully controlled by CPU execute the program to accomplish data transfer with input output CPU ਹੀ ਪ੍ਰੋਗਰਾਮਸ ਬਣਾਉਂਦਾ ਗਾ ਐਗਜ਼ੀਕਿਊਟ ਕਰਵਾਉਂਦਾ ਇਨਪੁਟ ਆਉਟਪੁੱਟ ਡਿਵਾਈਸਿਸ ਦੇ ਨਾਲ ਡਾਟਾ ਦੀ ਟ੍ਰਾਂਸਫਰਿੰਗ ਕਰਨ ਲਈ ਹੈਂਸ ਇਟ ਇਜ਼ ਕਾਲਡ ਪ੍ਰੋਗਰਾਮਡ ਇਨਪੁਟ ਆਉਟਪੁੱਟ ਟ੍ਰਾਂਸਫਰ ਇਸ ਕਰਕੇ ਇਸ ਨੂੰ programmed input output transfer ਕਹਿੰਦੇ it is responsible of CPU to constantly check the readiness of the input output devices ਤਾਂ ਇਹ ਰਿਸਪੌਂਸਿਬਿਲਟੀ CPU ਦੀ ਹੁੰਦੀ ਹੈ ਕਿ ਜੋ ਵੀ ਅਸੀਂ ਰੀਡ ਕਰਵਾਉਣਾ ਡਾਟਾ input output devices ਤੇ ਉਹਨੂੰ constantly ਮਤਲਬ time to time ਚੈੱਕ ਕਰਦਾ ਰਹੇ if the device is not ready to accept device ready ਨਹੀਂ ਹੈਗਾ accept ਕਰਨ ਲਈ ਜਾਂ ਫਿਰ ਡਾਟਾ ਡਿਲੀਵਰ ਕਰਨ ਵਾਸਤੇ CPU loops back and periodically check the status of device till it become ready the CPU ਕੀ ਹੋ ਜਾਂਦਾ ਮਤਲਬ ਸਟਾਪ ਕਰ ਲੈਂਦਾ ਆਪਣੇ ਆਪ ਨੂੰ ਤੇ ਬਾਅਦ ਦੇ ਵਿੱਚ ਪੀਰੀਅਡਿਕਲੀ ਮਤਲਬ ਟਾਈਮ ਟੂ ਟਾਈਮ ਦੁਬਾਰਾ ਫਿਰ ਚੈੱਕ ਕਰਦਾ ਕਿ ਡਿਵਾਈਸ ਕਦੋਂ ਫ੍ਰੀ ਹੁੰਦਾ ਕਦੋਂ ਰੈਡੀ ਹੋਏਗਾ ਤਾਂ ਜੋ ਮਤਲਬ ਉਹਨੂੰ ਡਾਟਾ ਟ੍ਰਾਂਸਫਰ ਕੀਤਾ ਜਾ ਸਕੇ ਜਾਂ ਫਿਰ ਡਾਟਾ ਤੋਂ ਡਿਲੀਵਰ ਕਰਵਾਇਆ ਜਾ ਸਕੇ ਲਿਆ ਜਾ ਸਕੇ whenever the device become input output device become ready ਜਦੋਂ ਵੀ ready ਹੁੰਦਾ input output device the CPU execute in and out instruction ਜਿਹੜਾ CPU ਦੋ instructions execute ਕਰਵਾਉਂਦਾ ਇੱਕ in ਹੁੰਦਾ ਇੱਕ out for data transfer with input output devices ਦੇ ਲਈ the in instruction is used to read the data ਜਿਹੜੀ in instruction ਹੁੰਦੀ ਹੈ data read ਕਰਵਾਉਣ ਲਈ ਹੁੰਦੀ ਹੈ from the input output device ਜਿਹੜੀ out instruction ਹੁੰਦੀ ਹੈ is used to write the data ਉਹ input output device ਦੇ ਵਿੱਚ data write ਕਰਵਾਉਣ ਦੇ ਲਈ use ਕੀਤੀ ਜਾਂਦੀ ਹੈ ਤੇ ਧਿਆਨ ਰੱਖੋ ਸਟੂਡੈਂਟ ਜਿਹੜੇ ਰੀਡ ਦਾ ਮਤਲਬ ਹੁੰਦਾ ਡਾਟਾ ਨੂੰ ਉਸ ਤੋਂ ਲੈਣਾ ਰਾਈਟ ਹੁੰਦਾ ਡਾਟਾ ਉਹਦੇ ਵਿੱਚ ਜਾ ਕੇ ਸਟੋਰ ਕਰਨਾ ਦੋਨਾਂ ਦੇ ਵਿੱਚ ਡਿਫਰੈਂਸ ਆ ਦਿਸ ਟੈਕਨੀਕ ਇਜ਼ ਵੈਰੀ ਟਾਈਮ ਕੰਜ਼ਿਊਮਿੰਗ ਬਟ ਇਹ ਟੈਕਨੀਕ ਦੀ ਡਿਸਐਡਵਾਂਟੇਜ ਇਹ ਹੈ ਕਿ ਜ਼ਿਆਦਾ ਟਾਈਮ ਲੱਗਦਾ ਬਿਕੋਜ਼ CPU wastes a lot of time in checking and verifying the status of input output device ਕਿਉਂਕਿ CPU ਟਾਈਮ ਟੂ ਟਾਈਮ ਚੈੱਕ ਕਰਦਾ ਰਹਿੰਦਾ ਸਟੇਟਸ ਇਨਪੁਟ ਆਉਟਪੁੱਟ ਦਾ ਡਿਵਾਈਸ ਦਾ ਕਿ ਉਹ ਕਦੋਂ ਰੈਡੀ ਹੋਏਗਾ ਡਾਟਾ ਨੂੰ ਟ੍ਰਾਂਸਫਰ ਕਰਨ ਦੇ ਲਈ ਤਾਂ ਉਹਦੇ ਵਿੱਚ ਉਹਦਾ ਟਾਈਮ ਵੇਸਟ ਕਰਦਾ ਗਾ therefore this technique is preferred for small amount of data transfer ਇਸ ਕਰਕੇ small data ਜੀ data of ਜੋ ਡਾਟਾ ਟ੍ਰਾਂਸਫਰਿੰਗ ਕਰਨੀ ਹੈ ਜੇ ਇਹਦੀ ਅਮਾਊਂਟ ਸਮਾਲ ਆ ਮਤਲਬ ਥੋੜ੍ਹਾ ਤੁਸੀਂ ਡਾਟਾ ਟ੍ਰਾਂਸਫਰ ਕਰਵਾਉਣਾ ਗਾ ਇਨਪੁਟ ਆਉਟਪੁੱਟ ਡਿਵਾਈਸਿਸ ਤੋਂ ਮੈਮਰੀ ਜਾਂ CPU ਤੱਕ ਤਾਂ ਉੱਥੇ ਇਹ ਟੈਕਨੀਕ ਕਾਫੀ ਠੀਕ ਰਹਿੰਦੀ ਹੈ ਨੈਕਸਟ ਜੀ ਪ੍ਰੋਗਰਾਮਡ ਇਨਪੁਟ ਆਉਟਪੁੱਟ ਆਪਰੇਸ਼ਨ ਫਸਟ ਆਪਣਾ ਸੀਗਾ ਪ੍ਰੋਗਰਾਮਡ ਇਨਪੁਟ ਆਉਟਪੁੱਟ ਇਹਦੇ ਵਿੱਚ ਆਪਰੇਸ਼ਨ ਕਿਹੜੇ ਪਰਫਾਰਮ ਹੁੰਦੇ ਆ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਹੈਗਾ ਕਿ ਐਕਸ਼ਨਸ ਪਰਫਾਰਮ ਹੁੰਦੇ CPU ਇਜ਼ ਯੂਜ਼ਲੀ ਪ੍ਰੋਗਰਾਮ ਟੂ ਚੈੱਕ ਦਾ ਸਭ ਤੋਂ ਪਹਿਲਾਂ ਸਟੇਟਸ ਚੈੱਕ ਕਰਦਾ ਕਿ ਉਹ ਕਦੋਂ ਤਿਆਰ ਹੋਊਗਾ
डाटा ट्रांसफर करने के लिए इनपुट आउटपुट डिवाइसेस के स्टेटस चैक करता। CPU इशू फिर वो कमांड इशू करता है इनपुट आउटपुट मॉड्यूल फॉर डाटा ट्रांसफर, कमांड दिंदा वैन एवर इट इज रिक्वायर्ड कि रीड करवाना कि राइट करवाना, कमांड देगा। Then CPU read the status input output module to get the information about readiness of the CPU of input output device of data transfer। जे उन्हें दोबारा वो कमांड का रिस्पॉन्स नहीं मिलता दोबारा तो फिर चेक करता ਉਹਦਾ स्टेटस की ਹੁਣ रेडी है कि नहीं है डाटा की ट्रांसफरिंग करने के लिए कौन इनपुट आउटपुट डिवाइसेस। देखो जी फॉर एग्जांपल इस डायग्राम च दिखाया गया जे तो डिवाइस पहला की करता रीड करता इशू रीड कमांड टू द इनपुट आउटपुट मॉड्यूल इशू करता। इस तो बाद की करता रीड स्टेटस चेक करता स्टेटस कौन CPU, ठीक है जी। CPU इधर जा रहे हैं ना कमांड दे रहे हैं मतलब इधर एरो आ कौन दे रहा कमांड CPU इनपुट आउटपुट डिवाइस को कमांड दे रहा। फिर वो स्टेटस चेक कर रहा स्टेटस किहदा चेक कर रहा इनपुट आउटपुट डिवाइस का CPU वालों दी एरो लग्या है मतलब वो स्टेटस आएगा चेक हो के। जे तो इनपुट आउटपुट डिवाइस रेडी हैगा इज यस रीड करवाएगा डाटा फ्रॉम इनपुट आउटपुट मॉड्यूल तो कौन CPU इस करके एरो CPU वाला, नहीं फिर की करेगा वो राइट करवाएगा। हम देखो कमांड केट दे रहे रीड दी दे रहे कि राइट दे रहे हैं जे रीड भी करवा सकता राइट इनटू डाटा इनटू मैमरी, मैमरी विच डाटा की कर देगा वो रीड करवा के की तो इनपुट आउटपुट डिवाइस तो रीड करवा के जो CPU डाटा का वो कादे विच रख देगा मैमरी विच रख देगा। इस करके CPU एरो जा रहेगा मैमरी में उधर प्रोसैस दी डायरैक्शन आ। इस तो बाद इतने कंप्लीटेड हो जाता, ठीक है जी। जे कंप्लीट हो जाता यस होंदा नैक्सट इंस्ट्रक्शन चलूगी, जे कंप्लीट नहीं होंदा नो हो रहा तो दोबारा फिर वो टिक जाता उपर जाएगा फिर दोबारा इशू करवाएगा कमांड की CPU इनपुट आउटपुट डिवाइस मॉड्यूल तो अदरवाइज इतने जे जैस ना करता नो करने तो बाद दोबारा फिर वो रीड करता स्टेटस कि कदों फ्री होगा कदों वो डाटा ट्रांसफरिंग करेगा। जो भी वो फ्री होएगा उस टाइम ही वो मतलब अगे डाटा ट्रांसफरिंग कर सकता है इनपुट आउटपुट डिवाइस। ये कहते कि जे इनपुट आउटपुट डिवाइस रेडी जे नहीं है तो CPU वापस चल जाता गा। देखो जी वापस जाता हाँ देखो इतने पूछता इज डिवाइस रेडी नो तो नो नहीं है तो उपर लूप बैक हो जाएगा मतलब उपर चला जाएगा दोबारा लूप बैक कर लेगा अपने आप तो इस स्टैप के यही दस रहेगा चौथे स्टैप के एंड चेक द स्टेटस कंटिन्यूसली स्टेटस चेक करता रहता कि इनपुट डिवाइस कदों रेडी होएगा। दिस इज रेफर्ड टू एज बिजी वेट इनू कह बोलते हैं। द इनपुट आउटपुट मॉड्यूल डज नॉट इंटरप्ट CPU जोड़ा इनपुट आउटपुट मॉड्यूल आ वो कभी CPU इंटरप्ट नहीं करता टू इनफॉर्म दैट इनपुट आउटपुट डिवाइस इज रेडी। ਉਹਦਾ कोई वो नहीं है ਉਹਦਾ CPU ਨੂੰ खुद देखना पैंदा स्टेटस ਉਹਦਾ कि कदों रेडी वो खुद नहीं इंटरप्ट करता है। इट इज़ रिस्पॉन्सिबिलिटी सारी CPU दी कि उन्हें चेक करते रहना होंगे कि वो कदों रेडी होएगा कदों वो फ्री होएगा। वो खुद इनपुट आउटपुट मॉड्यूल में जाके इंटरप्ट नहीं करेगा इंटरप्ट मतलब उन्हें दसेगा नहीं कि मैं हम फ्री हाँ कि रिस्पॉन्सिबिलिटी CPU दी है। जो भी इनपुट आउटपुट डिवाइस रेडी होंगे फ्री होंगे CPU एग्जीक्यूट इन इंस्ट्रक्शन दे दिंदा नूं रीड करवाने के लिए द डाटा फ्रॉम द इनपुट आउटपुट डिवाइस तो जो तो डाटा लिया जा सके। इफ द रीड डाटा इज नीडेड टू बी स्टोर इन मैमरी जो लगता कि हाँ जो असी रीड करवाया डाटा तो इनपुट डिवाइस तो इनपुट आउटपुट डिवाइस तो उन्होंने मैमरी च रखना कि नहीं रखना स्टोर करना कि नहीं करना और देखना पैंदा कि जे करना गा तो CPU की कर देगा मैमरी च राइट कर देगा। जो डाटा ट्रांसफरिंग कंप्लीट हो जाती है CPU चेक करता देखता कि कोई होर तो नहीं कम्युनिकेशन रिक्वेस्ट हैगी रीड करवाने के लिए या राइट करवाने के लिए जे हैगी आ इफ देयर इज दैन द प्रोसैस रिपीट्स प्रोसैस उमें रिपीट होती रहती है अदरवाइज CPU कंटिन्यू विद अनदर टास्क नहीं अदरवाइज क्या हो जाएगा CPU अगले टास्क में चला जाएगा। जे होंगी रहती है तो वो उमें ही उपर हेठा लूप के चलता रहता जिमें कि लाइक ये देखो जो कंप्लीटेड है जैस तो नैक्सट इंस्ट्रक्शन करेगा जो नहीं हैगी तो उपरों फिर चल के हेठा प्रोसैस में करता रहता कंटिन्यू रखता गा। एडवांटेज की है जी प्रोग्राम इनपुट दियाँ एक तो है ईजी है इंप्लीमेंट करना एक है बहुत लेटेस्ट सॉफ्टवेयर हार्डवेयर सपोर्ट की जरूरत पैंती आ कोई इंटरप्ट या DMA सपोर्ट नहीं चाहिए। डिसएडवांटेज की आ वेस्टिंग होंदी टाइम CPU का टाइम वेस्ट होंदा बार बार चेक करता वेरी इनएफिशिएंट तकनीक आ बहुत वधिया तकनीक नहीं हैगी। इट रिक्वायर कंटिन्यूस इनवॉल्वमेंट ऑफ प्रोसैसर की इनवॉल्वमेंट बहुत चाहिए क्योंकि वही बार बार चेक करता रहता
ठीक है। अगे है हाई प्रायोरिटी इनपुट डिवाइसेस आर नॉट चैकड। ਜਿਹੜੀ ਹਾਈ ਪ੍ਰਾਇੋਰਟੀ ਡਿਵਾਈਸਸ ਹੁੰਦੇ ਉਹਨਾਂ ਨੂੰ ਉਹਨਾਂ ਚੈੱਕ ਨਹੀਂ ਕੀਤੀ ਜਾਂਦੀ ਕਿ ਉਹ ਕਦੋਂ ਫਿਨਿਸ਼ ਕਰ ਰਹੇ ਹੈ। ਠੀਕ ਹੈ। ਅੰਟਿਲ ਦ CPU ਫਿਨਿਸ਼ਡ ਵਿਦ ਇਟਸ ਕਰੰਟ ਇਨਪੁਟ ਆਊਟਪੁਟ ਟਾਸਕ ਵਿਚ ਮੇ ਹੈਵ ਲੋ ਪ੍ਰਾਇੋਰਟੀ। ਤਾਂ ਮਤਲਬ ਚੈੱਕ ਹੀ ਨਹੀਂ ਕਰਦਾ ਕਿ ਉਹ ਹੋ ਚੁੱਕੀ ਹੈ, ਪਰਫਾਰਮ ਕਿ ਨਹੀਂ। ਅੱਗੇ ਹੈ ਇੰਟਰਪਟ ਇਨੀਸ਼ੀਏਟਡ ਇਨਪੁਟ ਆਊਟਪੁਟ। द प्रॉब्लम विद द इनपुट आउटपुट ਵਿੱਚ ਇਹੀ ਹੈ ਕਿ CPU ਦਾ ਟਾਈਮ ਬਹੁਤ ਜ਼ਿਆਦਾ ਵੇਸਟ ਹੁੰਦਾ ਕਿਉਂਕਿ ਬਾਰ-ਬਾਰ ਚੈੱਕ ਕਰਦਾ ਰਹਿੰਦਾ। ਤਾਂ ਜੋ this problem can be overcome by means of interrupt initiated input output technique ਦੁਆਰਾ ਕੀਤੀ ਜਾ ਸਕਦੀ ਹੈ ਇਸ ਪ੍ਰੋਬਲਮ ਸੋਲਵ। interrupt driven input output approach of data transfer reduces the requirement of CPU time as compared to programmed input output। ਇਹਦੇ ਵਿੱਚ CPU ਟਾਈਮ ਨੂੰ ਬਹੁਤ ਜ਼ਿਆਦਾ ਘਟਾਇਆ ਜਾਂਦਾ, ਚੈਕਿੰਗ ਵਗੈਰਾ ਕਰਨ ਦੀ ਲੋੜ ਨਹੀਂ ਹੈਗੀ। And interrupt is used by input output device to indicate CPU that is ready to accept data from CPU or to deliver data to the CPU। ਜਿਹੜਾ ਇੱਕ ਇੰਟਰਪਟ ਆ ਉਹ ਯੂਜ਼ ਕੀਤੀ ਜਾਂਦੀ ਇਨਪੁਟ ਆਊਟਪੁੱਟ ਡਿਵਾਈਸ ਦੁਆਰਾ ਯੂਜ਼ ਕੀਤੀ ਜਾਂਦੀ CPU ਨੂੰ ਇੰਡੀਕੇਟ ਕਰਨ ਦੇ ਲਈ, ਦੱਸਣ ਦੇ ਲਈ ਕਿ ਮੈਂ ਰੈਡੀ ਹਾਂ ਡਾਟਾ ਨੂੰ ਟਰਾਂਸਫਰ ਕਰਵਾਉਣ ਦੇ ਲਈ ਤੁਹਾਨੂੰ CPU ਨੂੰ। ਤਾਂ ਇਹਦੇ ਵਿੱਚ ਸਟੂਡੈਂਟ ਇਹੀ ਆ ਕਿ CPU ਦੀ ਰਿਸਪੋਂਸੀਬਿਲਿਟੀ ਨਹੀਂ, ਇਹਦੇ ਵਿੱਚ ਰਿਸਪੋਂਸੀਬਿਲਿਟੀ ਕਿਹਦੀ ਹੈ? ਇਨਪੁਟ ਆਊਟਪੁੱਟ ਡਿਵਾਈਸ ਦੀ। ਕਿ ਇਨਪੁਟ ਆਊਟਪੁੱਟ ਡਿਵਾਈਸ ਸਿਗਨਲ ਦਿੰਦਾ CPU ਨੂੰ, ਇੰਟਰਪਟ ਕਰਦਾ ਗਾ ਕਿ ਇਸ ਟਾਈਮ ਮੈਂ ਰੈਡੀ ਹਾਂ, ਮੈਂ ਡਾਟਾ ਟਰਾਂਸਫਰ ਕਰਨਾ ਚਾਹੁੰਦਾ, ਤਾਂ CPU ਉਹ ਡਾਟਾ ਦੀ ਟਰਾਂਸਫਰਿੰਗ ਦੇ ਲਈ ਉਹਨੂੰ ਅਲਾਉ ਕਰਦਾ ਗਾ। ਤਾਂ ਇਹਦੇ ਵਿੱਚ ਇਹੀ ਚੀਜ਼ ਆ। ਇਹਦੇ ਵਿੱਚ ਕੀ ਹੁੰਦਾ ਜਿਹੜਾ CPU ਆ ਇਟ ਸੈਲਫ ਚੈੱਕ ਫॉर ਇਨਪੁਟ ਆਊਟਪੁੱਟ ਓਪਰਚੁਨਿਟੀ ਬਟ ਇਨ ਕੇਸ ਆਫ ਇੰਟਰਪਟ ਇਨੀਸ਼ੀਏਟਡ। ਇਹਦੇ ਵਿੱਚ ਡਿਫਰੈਂਸ ਦਿਖਾਇਆ ਗਿਆ ਕਿ ਇਹ ਪ੍ਰੋਗਰਾਮ ਦੇ ਵਿੱਚ ਕੀ ਆ ਰਿਸਪੋਂਸੀਬਿਲਿਟੀ CPU ਦੀ ਆ, ਬਟ ਇੰਟਰਪਟ ਇਨੀਸ਼ੀਏਟਡ ਦੇ ਵਿੱਚ ਕੀ ਆ ਇਨਪੁਟ ਆਊਟਪੁੱਟ ਡਿਵਾਈਸ ਦੀ ਰਿਸਪੋਂਸੀਬਿਲਿਟੀ ਆ। स्टूडेंट ਇਹਦੇ ਵਿੱਚ ਤੁਸੀਂ ਇੰਨੀ ਕਰਨਾ ਗਾ। ਨੈਕਸਟ ਆਪਾਂ ਆਪਰੇਸ਼ਨ ਦੇਖਦੇ ਹਾਂ ਕਿਵੇਂ ਪਰਫਾਰਮ ਹੁੰਦਾ, ਐਗਜ਼ਾਮਪਲ ਦੇਖਦੇ ਹਾਂ ਕਿਵੇਂ ਹੁੰਦਾ। ਤਾਂ ਇਹਦੇ ਵਿੱਚ ਸਟੂਡੈਂਟ ਦੇਖੋ ਸਭ ਤੋਂ ਪਹਿਲਾਂ ਇਸ਼ੂ ਕਰਦਾ ਗਾ ਕਮਾਂਡ ਕੌਣ? CPU ਕਿਹਨੂੰ? ਇਨਪੁਟ ਆਊਟਪੁੱਟ ਡਿਵਾਈਸਿਸ ਨੂੰ। ਅੱਗੇ CPU ਡੂ ਨਾਟ ਪ੍ਰੋਸੈਸਿੰਗ ਅੰਟਿਲ ਇਨਪੁਟ ਆਊਟਪੁੱਟ ਮੋਡਿਊਲ ਇਸ਼ੂ ਐਨ ਇੰਟਰਪਟ। ਇਹਦੇ ਵਿੱਚ ਉਹਨਾਂ ਟਾਈਮ CPU ਕੋਈ ਪ੍ਰੋਸੈਸਿੰਗ ਨਹੀਂ ਕਰੇਗਾ ਜਿੰਨਾ ਟਾਈਮ ਇਨਪੁਟ ਆਊਟਪੁੱਟ ਮੋਡਿਊਲ ਕੋਈ ਇੰਟਰਪਟ ਇਸ਼ੂ ਨਹੀਂ ਕਰਦਾ, ਇੰਟਰਪਟ ਵੱਲੋਂ ਕੋਈ ਸਿਗਨਲ ਇਸ਼ੂ ਨਹੀਂ ਕਰਦਾ ਹੈਗਾ। ਇੰਟਰਪਟ ਅਕਰ ਹੋ ਗਈ ਹੈ ਤਾਂ ਫਿਰ ਰਿਸੀਵ ਇੰਟਰਪਟ ਸਿਗਨਲ ਕੌਣ ਕਰੇਗਾ? ਇਨਪੁਟ ਇੱਥੇ CPU ਇੰਟਰਪਟ ਸਿਗਨਲ ਕਿਤੋਂ ਲੈਂਦਾ ਗਾ? ਇਨਪੁਟ ਆਊਟਪੁੱਟ ਡਿਵਾਈਸ ਤੋਂ ਰਿਸੀਵ ਕਰੇਗਾ। ਰਿਸੀਵ ਕਰਨ ਤੋਂ ਬਾਅਦ ਉਹ ਰੀਡ ਕਰਵਾਉਂਦਾ ਗਾ ਸਟੇਟਸ, ਰੀਡ ਸਟੇਟਸ ਰਜਿਸਟਰ ਆਫ ਇਨਪੁਟ ਆਊਟਪੁੱਟ ਮੋਡਿਊਲ ਦਾ ਸਟੇਟਸ ਦੇਖਦਾ ਕੌਣ? CPU। ਜੇ ਇੱਥੇ ਫਿਰ ਦੁਬਾਰਾ ਹੁਣ ਇਨਪੁਟ ਆਊਟਪੁੱਟ ਡਿਵਾਈਸ ਰੈਡੀ ਹੈਗਾ ਤਾਂ ਉਹ ਰੀਡ ਕਰਵਾਏਗਾ ਡਾਟਾ ਕਿਤੋਂ? ਇਨਪੁਟ ਆਊਟ ਮੋਡਿਊਲ ਤੋਂ। ਜੇ ਨਹੀਂ ਰੈਡੀ ਹੈਗਾ ਤਾਂ ਐਰਰ ਦੇ ਦੇਗਾ। ਠੀਕ ਹੈ। ਇਹ ਵਾਪਸ ਉਹਦੇ ਵਿੱਚ ਤਾਂ ਆਪਾਂ ਵਾਪਸ ਉੱਪਰ ਜਾਂਦੇ ਸੀ, ਬਟ ਇਹਦੇ ਵਿੱਚ ਜੇ ਨੋ ਹੁੰਦਾ ਐਰਰ ਦੇਗਾ। ਤਾਂ CPU ਰੀਡ ਦੇ ਵਿੱਚ ਜੇ ਰੀਡ ਹੋ ਕੇ ਜਾ ਰਿਹਾ, ਇਸ ਤੋਂ ਬਾਅਦ CPU ਰੀਡ ਕਰਵਾਉਣ ਤੋਂ ਬਾਅਦ ਉਹੀ ਡਾਟਾ ਮੈਮਰੀ ਵਿੱਚ ਸਟੋਰ ਕਰ ਦੇਗਾ। CPU ਦੀ ਮੈਮਰੀ ਵਾਲੀ ਡਾਇਰੈਕਸ਼ਨ ਹੈਗੀ ਇਹਦੇ ਵਿੱਚ। ਜੇ ਅੱਗੇ ਕੰਪਲੀਟ ਹੋ ਜਾਂਦਾ ਤਾਂ ਅੱਗੇ ਨੈਕਸਟ ਜੋ ਇੰਸਟਰਕਸ਼ਨ ਆ ਉਹ CPU ਪਰਫਾਰਮ ਕਰੇਗਾ, ਅਦਰਵਾਈਜ਼ ਜੇ ਨੋ ਆ ਤਾਂ ਉਹ ਉੱਪਰ ਫਿਰ ਬੈਕ ਜਾ ਕੇ ਲੂਪ ਦੇ ਵਿੱਚ ਚੱਲ ਜਾਏਗਾ, ਉਸੇ ਤਰ੍ਹਾਂ ਹੀ ਪ੍ਰੋਸੈਸਿੰਗ ਕਰੇਗਾ। ਇਹ ਉਹੀ ਸਟੈਪ ਨੇ ਜਿਹੜੇ ਮੈਂ ਹੁਣ ਬੋਲੇ ਆ ਕਿ ਪਹਿਲਾਂ ਸਭ ਤੋਂ ਪਹਿਲਾਂ ਇਸ਼ੂ ਕਰੇਗਾ ਕਮਾਂਡ CPU ਇਨਪੁਟ ਆਊਟਪੁੱਟ ਡਿਵਾਈਸ ਨੂੰ, ਫਿਰ ਜਿਹੜਾ ਇਨਪੁਟ ਆਊਟਪੁੱਟ ਸੈਕਿੰਡ ਸਟੈਪ ਦੇ ਵਿੱਚ ਇਹ ਕਹਿੰਦਾ ਕਿ ਜੋ ਇਨਪੁਟ ਆਊਟਪੁੱਟ ਡਿਵਾਈਸ ਆ ਉਹ ਕੀ ਕਰੇਗਾ? ਕੋਈ ਮਤਲਬ ਇੰਟਰਪਟ ਇਸ਼ੂ ਕਰੇਗਾ, ਰਿਕੁਐਸਟ CPU ਨੂੰ, ਠੀਕ ਹੈ ਜੀ, ਜਨਰੇਟ ਕਰਕੇ ਦੇਗਾ। ਫਿਰ CPU ਸਟੇਟਸ ਰਜਿਸਟਰ ਚੈੱਕ ਕਰੇਗਾ, ਫਿਰ ਉਹ ਦੇਖਦਾ ਕਿ ਉਹ ਮਤਲਬ ਇਨ ਕਮਾਂਡ ਦੇਗਾ, ਇੰਸਟਰਕਸ਼ਨ ਦੇਗਾ ਕਿ ਇਹਨੂੰ ਇਨਪੁਟ ਆਊਟਪੁੱਟ ਡਿਵਾਈਸ ਨੂੰ। ਫਿਰ ਉਹ ਰੀਡ ਕਰਾ ਕੇ ਡਾਟਾ ਦੇਖੋ ਕਿ ਮੈਮਰੀ 'ਚ ਰੱਖਣਾ ਕਿ ਨਹੀਂ ਰੱਖਣਾ। ਇਹ ਕਾਫੀ ਹੱਦ ਤੱਕ ਕੋਈ ਸਟੈਪ ਰਿਪੀਟ ਹੋ ਰਹੇ ਜਿਹੜੇ ਆਪਾਂ ਨੇ ਪ੍ਰੋਗਰਾਮ ਦੀ ਇਨਪੁਟ ਆਊਟਪੁੱਟ ਦੀ ਕੀਤੀ ਸੀਗੇ। ਜਦੋਂ ਡਾਟਾ ਟਰਾਂਸਫਰ ਕੰਪਲੀਟ ਹੋ ਗਈ ਆ, ਦੇਖਦਾ ਕੋਈ ਹੋਰ ਦਿਨ ਕਮਿਊਨੀਕੇਸ਼ਨ ਹੋਰ ਦਿਨ ਟ੍ਰਾਂਜੈਕਸ਼ਨ ਕਰਨ ਵਾਲੀ ਉਹ ਕਰੇਗਾ, ਟਾਸਕ ਪਰਫਾਰਮ ਕਰੇਗਾ, ਅਦਰਵਾਈਜ਼ ਪ੍ਰੋਸੈਸ ਨੂੰ ਰਿਪੀਟ ਕਰਦਾ ਰਹੇਗਾ। ਐਡਵਾਂਟੇਜ ਇਹਦੀਆਂ ਕੀ ਨੇ? ਇਹਦੇ ਵਿੱਚ ਟਾਈਮ ਨਹੀਂ ਵੇਸਟ ਹੁੰਦਾ CPU ਦਾ, ਠੀਕ ਹੈ ਜੀ। ਸਿਸਟਮ ਕੈਨ ਨਾਟ ਡੂ ਯੂਜ਼ਫੁਲ ਵਰਕ, ਕੈਨ ਡੂ ਯੂਜ਼ਫੁਲ ਵਰਕ, ਠੀਕ ਹੈ। ਸਿਸਟਮ ਹੋਰ ਵੀ ਕੰਮ ਕਰ ਸਕਦਾ ਗਾ। ਈਜ਼ੀ ਟੂ ਇੰਪਲੀਮੈਂਟ ਆ, ਮੋਰ ਐਫੀਸ਼ੀਐਂਟ ਆ ਉਹਦੇ ਮੁਕਾਬਲੇ ਇਨਪੁਟ ਪ੍ਰੋਗਰਾਮ ਦੀ ਇਨਪੁਟ ਆਊਟਪੁੱਟ ਪ੍ਰੋਗਰਾਮ ਦੇ ਮੁਕਾਬਲੇ। ਇਨਕਰੀਜ਼ ਸਿਸਟਮ ਥਰੂਪੁੱਟ ਪ੍ਰੋਸੈਸਿੰਗ ਜ਼ਿਆਦਾ ਵਧਾਉਂਦਾ ਗਾ ਇਹਦੀ, ਠੀਕ ਹੈ। ਲੈਸ ਰਿਸਪੌਂਸ ਟਾਈਮ, ਥੋੜ੍ਹੇ ਟਾਈਮ ਦੇ ਵਿੱਚ ਬਹੁਤ ਸਾਰਾ ਜ਼ਿਆਦਾ ਜਲਦੀ ਰਿਸਪੌਂਸ ਦੇ ਦਿੰਦਾ। ਡਿਸਐਡਵਾਂਟੇਜ ਕੀ ਆ? ਐਡੀਸ਼ਨਲ ਹਾਰਡਵੇਅਰ ਦੀ ਲੋੜ ਪੈਂਦੀ ਇਹਨੂੰ, ਠੀਕ ਹੈ, ਜ਼ਿਆਦਾ ਹਾਰਡਵੇਅਰ ਦੀ। ਆਲ ਅਦਰ ਪ੍ਰੋਸੈਸਿੰਗ ਇਜ਼ ਸਸਪੈਕਟਡ ਵੈਨ CPU ਪਰਫਾਰਮ ਇਨਪੁਟ ਆਊਟਪੁੱਟ। ਜੇ CPU ਪਰਫਾਰਮ ਕਰਦਾ ਬਾਕੀ ਸਾਰੀਆਂ ਪ੍ਰੋਸੈਸ ਜੋ ਹੁੰਦੀਆਂ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਗਾ। ਲੋਟਸ ਆਫ ਇੰਟਰਪਟ ਆਉਂਦੇ ਆ, ਠੀਕ ਹੈ, ਬਾਰ-ਬਾਰ ਉਹ ਇਨਪੁਟ ਆਊਟਪੁੱਟ ਡਿਵਾਈਸਿਸ ਨੂੰ ਇੰਟਰਪਟ ਦਿੰਦੇ ਰਹਿੰਦੇ, CPU ਨੂੰ ਕੰਮ ਰੋਕਦੇ ਆ। ਟ੍ਰਿਗਿੰਗ ਇੰਟਰਪਟ ਟੇਕ ਟਾਈਮ, ਜਿਹੜੇ ਇੰਟਰਪਟ ਦੇਣੇ ਹੁੰਦੇ ਉਹਦੇ ਵਿੱਚ ਟਾਈਮ ਲੈਂਦਾ ਗਾ ਉਹ।
तो सो स्टूडेंट ये अपना सी सैकेंड टाइप ਇਹਦੀ ਆਪਾਂ ਕਰ ਲਈ थर्ड टाइप जो हैगी है DME मोड्स ऑफ दी ठीक है मोड्स ऑफ ट्रांसफर ਦੀ थर्ड टाइप DME ਆਪਾਂ ਕੱਲ ਵਾਲੀ ਵੀਡੀਓ ਵਿੱਚ ਡਿਸਕਸ ਕਰਾਂਗੇ ਜੇ ਕੋਈ ਡਾਊਟ ਹੈ ਤਾਂ ਤੁਸੀਂ ਡਿਸਕਸ ਕਰ ਸਕਦੇ ਹੋ ਸੋ ਸਟੂਡੈਂਟ ਥੈਂਕ ਯੂ ਸੋ ਮਚ ਫॉर ਵਾਚਿੰਗ ਮਾਈ ਵੀਡੀਓ